ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਜਿਹੜੇ ਪਰਿਵਾਰ ਗੁਰਮਤਿ ਕਲਾਸਾਂ ਵਿੱਚ ਆਉਂਦੇ ਨੇ ਉਹ ਆਪੇ ਕਾਲਜ ਨਾਲ ਵੀ ਜੁੜਦੇ ਨੇ ਤੇ ਧਰਮ ਪ੍ਰਚਾਰ ਵੀ ਕਰਦੇ ਨੇ ਤੇ ਇਸੇ ਗੱਲ ਨੂੰ ਪਰਿਵਾਰ ਦੀ ਮਹੱਤਤਾ ਨੂੰ ਹੋਰ ਆਪ ਜੀ ਨਾਲ ਸਾਂਝ ਕਰਨ ਲਈ ਕਲੀਅਰ ਕਰਨ ਲਈ ਭੈਣ ਜੀ ਹਰਜਿੰਦਰ ਕੌਰ ਜੀ ਆਪ ਜੀ ਨਾਲ ਸਾਂਝ ਕਰਨਗੇ ਤੇ ਆਪਾਂ ਉਸ ਤੋਂ ਬਾਅਦ ਅੱਗੇ ਤੁਰਾਂਗੇ। ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परिवार की सारी आओ बख्शिश लेंगे गुरु साहब तो। नारी ते जो पुरख कहावे, नारी ते जो पुरख कहावे, पुरखन ते जो नारी, साहिबा दी बख्शिश एक जन्म ले रही हाँ अकाल पुरख दे एक वड्डे भाग हन अज सिख मिशनरी कॉलेज के बैनर हेठ जुड़े हाँ ते जिस बाणी विच बैठे हो मिशनरी दे टैग दा मान लेके बैठे हो। ये बहुत वड्डियां वड्याइयां ने। वीर जी ने गल शुरू की कि असी सारे परमात्मा दा परिवार ते गल संखेप दियां आख्या कि माता पिता की जिम्मेवारी परिवार की उसारी ते आओ परम पिता कोलों असीस ले लेंगे। तुम मात पिता हम बारिक तेरे, तुम मात पिता बख्शिश है। अज असी उस जामे विच हां जिसले गुरु साहब फरमाते हैं अवर जून तेरी बनिहारी इस धरती में तेरी सिकदारी। ते फिर सिख घर विच जन्म है ते असी जदों अकाल पुरख दी बख्शिश हां ते फिर साडे लई ते ये जग साहिब दी हुक्म अनुसार ये जग सच्चे की है कोठड़ी सच्चे का विच ते रोज नितनेम विच वीर जी ने सानू पढ़वाया है। जपजी साहब की पहली पौड़ी सवाल है किव सच्चारा किव कूड़े टुटे हुक्म रजाई चलना नानक। ते मिशनरी का धर्म है मर्यादा विच रहना। मिशनरी का धर्म है संसार विच विचरदियां जीवन विच विचरदियां परिवार विच विचरदियां पहले मन प्रभु तो अपना पाछे साडा जीवन साडी वर्कशॉप गृहस्थ आश्रम है जो गुरु साहब ने बख्शिश किया। सानू जीवन मिले असीं सब रोज नितरपति साहिबां अगे शुकराना भी करते हैं। भाई प्राप्त मानुख दे होई है गोबिंद बरंगी तेरी वर्गिया करते हाँ निता प्रति नितनेम विच। ते सानू जीवन काल विच 4 संस्कार मिलते हैं ग्रोथ लई। परिवारक ग्रोथ की गल करते हैं। मैं बहुत छोटी गल करांगी बहुत कॉमन गल करांगी ताकि जुबानी भी गल याद रह जाए। 4 संस्कार रहत मर्यादा दे ने। पहला ते अखीरला संस्कार
ਅਕਾਲ ਪੁਰਖ ਦੇ ਹੁਕਮ ਵਿੱਚ ਹੈ, ਪਾਣੀ ਵਿੱਚ ਹੈ। ਉਹ ਸਾਡਾ ਕਿਸੇ ਵੀ ਤਰ੍ਹਾਂ ਕੋਈ ਵਸ ਨਹੀਂ। ਜਨਮ ਅਸੀਂ ਕਦੋਂ ਕਿੱਥੇ ਕਿਵੇਂ ਲੈਂਦੇ ਹਾਂ, ਅਕਾਲ ਪੁਰਖ ਦੀ ਮੌਜ ਹੈ, ਉਸ ਦੀ ਰਹਿਮਤ ਹੈ, ਬਖਸ਼ਿਸ਼ ਹੈ। ਤੇ ਮ੍ਰਿਤਕ ਸੰਸਕਾਰ ਵੀ ਸਾਡਾ ਦੂਜਿਆਂ ਵੱਲੋਂ ਕਰਵਾਇਆ ਜਾਂਦਾ, ਉਹਦੇ ਵਿੱਚ ਵੀ ਸਾਡਾ ਕੋਈ ਰੋਲ ਨਹੀਂ ਹੁੰਦਾ। ਸਾਡਾ ਰੋਲ ਹੁੰਦਾ ਵਿੱਚ ਦੇ ਸੰਸਕਾਰਾਂ ਵਿੱਚ। ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ ਸਾਡੇ ਪਰਿਵਾਰਕ ਜੀਵਨ ਦੀ ਘਾੜਤ ਲਈ, ਸਾਡੇ ਮਨੁੱਖੀ ਜਾਮੇ ਦੀ ਘਾੜਤ ਲਈ। ਬੱਚਾ ਪੈਦਾ ਹੋਣ ਤੋਂ ਪਹਿਲਾਂ ਅਸੀਂ ਉਹਦੀ ਐਡਮਿਸ਼ਨ ਸਕੂਲ ਲਈ ਪਹਿਲਾਂ ਤੈਅ ਕਰ ਲੈਂਦੇ ਹਾਂ। ਅੱਜ ਦਾ ਦਿਨ ਅਸੀਂ ਚੁਣ ਲੈਂਦੇ ਹਾਂ, ਰਜਿਸਟ੍ਰੇਸ਼ਨ ਵੀ ਕਰਾ ਦਿੰਦੇ ਹਾਂ ਕਿ ਬੱਚਾ ਸਾਡਾ ਸੰਸਾਰਿਕ ਵਿਦਿਆ ਦੀ ਵਧੀਆ ਤਿਆਰੀ ਕਰ ਸਕੇ। ਕਿਸ ਲਈ ਕਰਦੇ ਹਾਂ? ਜੀਵਨ ਦੀ ਪ੍ਰੋਫੈਸ਼ਨਲ ਗਰੋਥ ਲਈ, ਸੰਸਾਰ ਦੇ ਵਿੱਚ ਗੁਜ਼ਾਰਾ ਚਲਾਉਣ ਲਈ। ਪਰ ਉਸ ਤੋਂ ਪਹਿਲੀ ਜ਼ਰੂਰਤ ਹੈ ਪਰਸਨਲ ਗਰੋਥ ਦੀ, ਤੇ ਪਰਸਨਲ ਗਰੋਥ ਲਈ ਅਸੀਂ ਸਾਰੇ ਅੰਮ੍ਰਿਤ ਸੰਸਕਾਰ ਰਾਹੀਂ ਐਡਮਿਸ਼ਨ ਲੈਂਦੇ ਹਾਂ ਸਿੱਖੀ ਦੇ ਡਿਸਿਪਲਿਨ ਵਿੱਚ। ਇਹ ਐਡਮਿਸ਼ਨ ਸਾਡੇ ਲਈ ਕਿੰਨੀ ਅਹਿਮ ਹੈ, ਕਿਉਂਕਿ ਜੀਵਨ ਦਾ ਸਾਰਾ ਦਾਰੋਮਦਾਰ ਇਸ ਐਡਮਿਸ਼ਨ ਉੱਤੇ ਟਿਕਿਆ ਹੈ, ਇਸ ਦੀ ਤਿਆਰੀ ਉੱਤੇ ਟਿਕਿਆ ਹੈ ਕਿ ਇਹ ਐਡਮਿਸ਼ਨ ਅਸੀਂ ਕਿਹਨਾਂ ਹਾਲਾਤਾਂ ਵਿੱਚ, ਕਿਸ ਵਾਤਾਵਰਣ ਵਿੱਚ ਲੈਂਦੇ ਹਾਂ, ਕਿਵੇਂ ਲੈਂਦੇ ਹਾਂ, ਸਾਡੇ ਆਲੇ ਦੁਆਲੇ ਕਿਹੋ ਜਿਹਾ ਵਰਤਾਰਾ ਹੈ, ਪਰਿਵਾਰਕ ਵਰਤਾਰਾ ਕੀ ਹੈ। ਤੇ ਅਕਸਰ ਅਸੀਂ ਆਖਦੇ ਹਾਂ ਸਾਇੰਟੀਫਿਕਲੀ, ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਬੱਚੇ ਦੇ ਜੀਵਨ ਦੀ ਘਾੜਤ ਤੇ ਉਸ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਘੜੀ ਜਾਂਦੀ ਹੈ। ਬੱਚੇ ਦੇ ਜੀਵਨ ਦੀ ਘਾੜਤ ਤਾਂ ਉਸ ਦੇ ਜਨਮ ਤੋਂ 18 ਵਰੇ ਪਹਿਲਾਂ ਸਾਈਕੋਲੋਜੀ ਮੁਤਾਬਕ ਮਾਤਾ ਦੀ ਘਾੜਤ ਦੇ ਨਾਲ ਘੜੀ ਜਾਂਦੀ ਹੈ। ਇੱਥੇ ਡਿਊਲ ਰਿਸਪੌਂਸਿਬਿਲਿਟੀ ਹੈ ਸਾਡੀ। ਆਓ ਅੱਜ ਅਸੀਂ ਸਾਰਿਆਂ ਨੂੰ ਵਿਚਾਰਨਾ ਹੈ ਕਿ ਮਿਸ਼ਨਰੀ ਹੁੰਦਿਆਂ ਮੇਰੇ ਜੀਵਨ ਦੇ ਘਰ ਦਾ ਇੱਕ ਫੰਕਸ਼ਨ ਜੋ ਸਭ ਤੋਂ ਅਹਿਮ, ਸਭ ਤੋਂ ਇੰਪੋਰਟੈਂਟ ਮੇਰੇ ਬੱਚੇ ਦੇ ਜੀਵਨ ਦਾ, ਮੇਰੇ ਜੀਵਨ ਦਾ, ਮੇਰੇ ਪਰਿਵਾਰ ਦਾ ਅੰਮ੍ਰਿਤ ਸੰਸਕਾਰ, ਉਸ ਦੀ ਮੇਰੇ ਘਰ ਵਿੱਚ ਤਿਆਰੀ ਕੀ ਹੈ, ਉਸ ਦੀ ਸੈਲੀਬ੍ਰੇਸ਼ਨ ਕਹੀ ਜਿਹੀ ਹੈ, ਤੇ ਉਸ ਦੇ ਲਈ ਕਿਹੋ ਜਿਹਾ ਅਸੀਂ ਆਪਣਾ ਵਾਤਾਵਰਣ ਸਿਰਜਿਆ ਹੈ। ਕਿਉਂਕਿ ਪ੍ਰੋਫੈਸ਼ਨਲ ਗਰੋਥ ਹੈਜ਼ ਨੋ ਮੀਨਿੰਗ ਇਨ ਲਾਈਫ ਅੰਟਿਲ ਵੀ ਗਰੋ ਪਰਸਨਲੀ। ਜਦ ਤੱਕ ਸਾਡੀ ਅੰਦਰ ਦੀ ਉਸਾਰੀ ਨਹੀਂ ਹੋਏਗੀ। ਇਹ ਜਿਹੜੀ ਗੱਲ ਸ਼ੁਰੂ ਕੀਤੀ ਸੀ ਵੀਰ ਜੀ ਨੇ, ਗੁਰਮੁਖ ਤੇ ਮਨਮੁਖ ਦੀ ਦੋ ਪਦਵੀ ਦੀਆਂ ਗੱਲਾਂ, ਅਸੀਂ ਜ਼ਿੰਦਗੀ ਦੇ ਵਿੱਚ ਇਸ ਪੈਂਡੂਲਮ ਵਿੱਚ ਘੁੰਮਦੇ ਹਾਂ, ਮਿਸ਼ਨਰੀ ਬਣੇ ਹਾਂ, ਸੰਗਤ ਕਰਦੇ ਹਾਂ। ਕਿਸੇ ਵੇਲੇ ਸਾਡਾ ਮਾਹੌਲ ਬਹੁਤ ਵਧੀਆ ਹੁੰਦਾ ਹੈ, ਕਿਸੇ ਵੇਲੇ ਸਾਨੂੰ ਦੇਖਣ ਵਾਲਾ ਸਭ ਸੋਚਦਾ ਹੈ ਕਿ ਬੜੀ ਪਿਆਰੀ ਰੂਹ ਹੈ, ਗੁਰੂ ਨਾਲ ਲੱਤੇ ਰੂਹ। ਪਰ ਕਿਸੇ ਵੇਲੇ ਸਾਡੇ ਅੰਦਰ ਕ੍ਰੋਧ, ਚੰਡਾਲ ਵੀ ਵਸਿਆ ਹੁੰਦਾ ਹੈ, ਤੇ ਇਹ ਪੈਂਡੂਲਮ ਸਾਡਾ ਚੱਲਦਾ ਰਹਿੰਦਾ ਹੈ। ਸਾਡੀ ਗਰੋਥ ਹੋ ਕਿਉਂ ਨਹੀਂ ਪਾਉਂਦੀ? ਉਸ ਦਾ ਰੀਜ਼ਨ ਇਹ ਬਣਦਾ ਕਿ ਸ਼ਾਇਦ ਅੰਮ੍ਰਿਤ ਸੰਸਕਾਰ ਦੀ ਪਰਪੱਕਤਾ ਸਾਡੇ ਜੀਵਨ ਵਿੱਚ ਨਹੀਂ ਉਦਾਂ ਆ ਪਾਉਂਦੀ ਜਿੰਨੀ ਅਸੀਂ, ਜਿਵੇਂ ਵੀਰ ਜੀ ਨੇ ਹੁਣੇ ਗੱਲ ਦੱਸੀ ਕਿ ਅਸੀਂ ਹਿਊਮਨ ਬੀਇੰਗ ਜਿਹੜੇ ਆ ਆਪਣੀ ਤਿਆਰੀ ਲਈ ਕੁਝ ਨਹੀਂ ਕਰਦੇ, ਆਪਣੀ ਵਰਕਸ਼ਾਪ ਆਪ ਕਦੇ ਨਹੀਂ ਲਾਉਂਦੇ। ਇਹ ਸਾਡੇ ਲਈ ਸਾਲ ਬਾਅਦ ਇੱਕ ਸੁਭਾਗਾ ਸਮਾਂ ਹੈ, ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜਿਹੜਾ ਹੁਣ 2 ਵਰਿਆਂ ਤੋਂ ਵੀ ਜ਼ਿਆਦਾ ਤੋਂ ਬਾਅਦ ਆਇਆ। ਅੱਜ ਅਸੀਂ ਇਹ ਪਰਚੋਰ ਕਰਕੇ ਤੁਰੀਏ ਕਿ ਅੰਮ੍ਰਿਤ ਸੰਸਕਾਰ ਵੇਲੇ ਉਹ ਤਿਆਰੀ ਕਰ ਲਈਏ। ਪਹਿਲੇ ਆਪਣੇ ਮਨ ਦੀ ਤਿਆਰੀ ਕਰਕੇ ਅਸੀਂ ਜੀਵਨ ਦੇ ਸੁਖ ਪ੍ਰਾਪਤ ਕਰਨੇ ਤੁਰੇ। ਕਿਉਂਕਿ ਮੇਰੇ ਸਾਹਿਬ ਕਹਿੰਦੇ ਨੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਮੇਰਾ ਜੇ ਤੂੰ ਮੇਰਾ ਹੋਏ ਰਹੋ, ਸਭ ਜਗ ਤੇਰਾ ਹੋਏ। ਕਿਉਂਕਿ ਸਾਡੇ ਕੋਲ ਇੱਕ ਪਰਪਸ ਹੈ, ਕੌਮੀ ਫਰਜ਼ ਵੀ ਸਾਡੇ ਨਾਲ ਹੈ, ਪਰਿਵਾਰ ਦੇ ਨਾਲ ਨਾਲ ਇੱਕ ਕੌਮੀ ਫਰਜ਼ ਲੈ ਕੇ ਤੁਰੇ ਹਾਂ। ਤੇ ਫਿਰ ਆਨੰਦ ਸੰਸਕਾਰ, ਕੈਸੀ ਕਮਾਲ ਦੀ ਬਾਤ ਹੈ। ਜੀਵਨ ਵਿੱਚ ਚਾਹ ਹੋਵੇ, ਉਮਾਹ ਹੋਵੇ, ਪਿਆਰ ਹੋਵੇ, ਨਿਮਰਤਾ ਹੋਵੇ, ਵਿਸਮਾਦ ਹੋਵੇ, ਆਨੰਦ ਹੋਵੇ। ਮੇਰੀ ਪਰਸਨਲ ਗਰੋਥ ਤੋਂ ਬਾਅਦ ਇਹ ਜਿਹੜੀ ਸੁਮੇਲ ਦੀ ਬਾਤ ਹੈ, ਸਾਹਿਬਾਂ ਨੇ ਇਸ ਡਿਸਿਪਲਿਨ ਵਿੱਚ ਸਾਨੂੰ ਗ੍ਰਸਥ ਦੀ ਪ੍ਰਧਾਨਤਾ ਦਿੱਤੀ। ਸੰਸਾਰ ਜੋ ਸਮਝ ਨਾ ਸਕਿਆ ਜੀਵਨ ਦੇ ਮੈਕਨਿਜ਼ਮ ਨੇ, ਸਾਹਿਬਾਂ ਨੇ ਇੰਨੇ ਸੁਖੈਨ ਤਰੀਕੇ ਨਾਲ ਸਾਨੂੰ ਸਿੰਪਲੀ ਸਾਡੇ ਘਰ ਦੇ ਵਿੱਚ ਰੱਖ ਕੇ ਦੇ ਦਿੱਤਾ। 4 ਲਾਵਾਂ ਜੋ ਅਸੀਂ ਅੱਜ ਤੱਕ ਸਮਝ ਨਹੀਂ ਸਕੇ, ਉਹ 4 ਲਾਵਾਂ ਜੋ 4 ਆਦੇਸ਼ ਸਨ, ਜਿਸ ਡਿਸਿਪਲਿਨ ਵਿੱਚ ਅਸੀਂ ਇੱਕ ਤੋਂ ਬਾਅਦ ਇੱਕ ਬਹਿ ਕੇ ਇੱਕ ਵਹਿਣ ਵਿੱਚ ਵਹਿੰਦਿਆਂ ਹੋਇਆਂ, ਲਾਈਫ ਵਿੱਚ ਫਲੋ ਕਰਦਿਆਂ ਹੋਇਆਂ ਉਸ ਸਾਹਿਬ ਦੇ ਤੁਲ ਪਦਵੀ ਨੂੰ ਪ੍ਰਾਪਤ ਕਰਨਾ ਹੈ। ਅੱਜ ਉਸ ਨੂੰ ਵੀ ਵਿਚਾਰਨ ਦੀ ਲੋੜ ਹੈ, ਕਿਉਂਕਿ ਗੁਣਾਂ ਦੀ ਸਾਂਝ ਕਰਕੇ ਅਸੀਂ
असी केवल पुरुष तो नारी होने की बख्शिश जो प्राप्त की है, क्योंकि जो साडा समाजिक डिसिप्लिन वीर जी ने गल की है, साहब कहते हैं औरत के मान, दौलत गुजरान, पुत्र निशान, फकीर ना हिंदू ना मुसलमान। कौन है? कहो कबीर जन भय खालसे, प्रेम भगत जय जाने। सानू बख्शिश मिल गई, ना मेल है ना फीमेल, उच्चे नहीं आ नीवे नहीं आ, बराबर आ, खालसे आ। खालसा खास कहावे सोई, जाके गिरदे भरम ना होए, भरम भेख तो रहे न्यारा, वो खालसा असी बनना है। ते ओदे लई असी पहला अपने मेल ते फीमेल गुणां विच एक्सेल कर लईए, अपने माता पिता दे कोल, ते फिर परिवारिक जीवन विच माता पिता बनन तो पहला असी एक जोत दो मूर्ति का सफर तय कर सकीए, क्योंकि एक काल छोटी नहीं। सतगुरु आखदे ने रोज सानू सोची देंदे ने, मन तू जोत स्वरूप है अपना मूल पछाण। पर हुंदा की है? परिवार में साडा बनदा की है? मेरी मेरी करते जन्म गयो, तू तो मैं में सारी जिंदगी बीत जाती है। ते साहब कहंदे इत्थे ते सफर शुरू करना सी, तू तू करता तू हुआ, मुझ में रहा ना हूं, जब आपा पर का मिट गया जब देखा तब तो। बड़ा सौखा है कि इश्क मजाजी नूं इश्क हकीकी बना लिया जाए, बड़ा सौखा है संसारिक लोड़ नूं समाजिक लोड़ नूं अल्टीमेट बना के उस विचों जीवन का तक सार कढ़ लिया जाए, वो आनंद वो विस्माद प्राप्त कर लिया जाए। जिहदे लई साहब सुखैन दसदे ने कि पहली लाम विच तैनूं प्रवृत्ति धर्म दृढ़ करवा दिता, दूजी लाम विच तेरी हौमे मैल गवा दित्ती, तू मैं मुका दित्ती, ते तीजी लाम विच तू बैराग दी अवस्था नूं प्राप्त कर गया, तू नीरो नीर हो गया, तू हो गया। ते फिर ਜਦੋਂ तेरी अवस्था ये होगी, फिर तू नहीं, फिर सब वही रह गया। चौथी लाम विच तैनूं सहज आनंद की अवस्था प्राप्त हो गई, विस्माद की अवस्था प्राप्त हो गई। जीवन का सफर अल्टीमेट मैरिट ते टॉप ते सर्टिफिकेट प्राप्त कर गया, जो मेरे साहिब ने गृहस्थ आश्रम का डिसिप्लिन सानू दिता है। ते सानू सारिਆਂ ਨੂੰ ਆਪਣੀਆਂ ਡਾਇਰੀਆਂ ਵਿੱਚ ਲਿਖਣਾ ਪਵੇਗਾ कि ये दो संस्कार मेरे घर मेरे परिवार ਵਿੱਚ ਕਿਵੇਂ ਵਿਚਰ ਰਹੇ ਨੇ, ਤੇ ਇਹਨਾਂ ਰਾਹੀਂ ਮੇਰੀ ਪ੍ਰਾਪਤੀ ਕੀ ਹੈ, ਮੇਰੀ ਝੋਲੀ ਬਖਸ਼ਿਸ਼ ਕਿਹੜੀ ਪਈ ਹੈ, ਤਾਂ ਜੋ ਇਸ ਬਖਸ਼ਿਸ਼ ਨੂੰ ਅੱਗੇ ਲੈ ਕੇ ਤੁਰਿਆ ਜਾ ਸਕੇ। ਪਰਿਵਾਰ ਚੋਂ ਕਿਰਦਾਰ ਲੈਣਾ ਹੈ ਅਸੀਂ, ਆਚਰਣ ਜਿਸ ਦੀ ਰੀਚ ਨੇ ਬਾਤ ਕੀਤੀ, ਇਹ ਕਿਰਦਾਰ ਮਿਲਣਾ ਕਿਵੇਂ ਹੈ, ਇਹ ਕੇਵਲ ਤੇ ਕੇਵਲ उन्होंने पातशाह ने आखे ना, जो तो प्रेम खेलन का जाओ, सिर तर तली हुई गली मरियाओ, तुम्हारे पैर परिजय सिर दीजे कानन। बड़ा सौखा परिवार में सिर देना, संसार में हाले नहीं देना, हाले तो पहली पौड़ी है, ये सर कर लवांगे, ते जो प्रेम की बात सिख लवांगे, जो मैं तो तू का सफर कर लवांगे, फिर सहजे ही सब अपना लेगा, फिर सुख दुख दोनों बराबर हो जाएंगे, फिर ओदी बख्शिश ते रहमत की घड़ी ही हमेशा रहेगी जीवन में। पर लोड़ है कि असी इस नूं विचार के अपने नाल तोरन की बात कर सकीए, ते गुरमत गाड़ी राह ते चलदिया होया गुरमत नूं अपने जीवन का आधार बना लईए। ये जीवन जुगत बना के अपने अंदर जोत का प्रकाश इवें होवे, एक मिशनरी बनने तो पहला मेरे अंदर प्रेम का वो दीवा जग पवे। रोज नितनेम करदिया अपने आप को कसवट्टी ते परखांगे भी, जो पढ़ांगे ना, साच कहो सुन ले वो सबै, जिन प्रेम कियो तिन ही प्रभा। साहिब जी प्रेम इदा हो जावे कि ये प्रचार प्रकाश हो जावे। मेरे घर चो इस प्रकार का प्रचार का प्रकाश होता है, कि जो प्रकाश हो गया फिर दीवे में चल के किते जान की लोड़ नहीं पैनी, लो लैन वाले ने आ जाना है, फिर इस खुशबू ने तुरना है, इस घर की महिमा बननी है। और असी वडभागे हाँ कि साडे कोल सिख इतिहास में अनेकों रोल मॉडल हैं। असी वडभागे हाँ सिख मिशनरी कॉलेज में जो छो गुरमुख वीरां दी मिशनरी वीरां दी मिली,
ਵੀਰ ਗੁਰਬੀਰ ਸਿੰਘ ਜੀ ਨੂੰ ਮੈਂ ਪਰਿਵਾਰਕ ਤੌਰ ਤੇ ਜਦੋਂ ਦੇਖਦੀ ਸੀ, ਉਹਨਾਂ ਦੇ ਪਰਿਵਾਰ ਤੇ ਸੰਸਾਰ ਵਿੱਚ ਕੋਈ ਫਰਕ ਨਹੀਂ ਸੀ। 24 ਘੰਟੇ 365 ਦਿਨ ਸਭ ਨੂੰ ਸਮਰਪਿਤ ਹੁੰਦੇ ਸਨ, ਸਭ ਲਈ ਇੱਕੋ ਜਿਹੇ ਹੁੰਦੇ ਸਨ, ਜਿਵੇਂ ਆਪਣੇ ਬੱਚਿਆਂ ਲਈ, ਉਵੇਂ ਸੰਗਤ ਲਈ, ਉਵੇਂ ਕਿਸੇ ਲੋੜਵੰਦ ਲਈ। ਔਰ ਸਵੇਰੇ ਮਿਲਣਾ ਕਾਲੀ ਕਾਲੀ ਡੋਟ 8 ਵਜੇ, ਟਾਈਮ ਦੇ ਪਾਬੰਦ, ਪੂਰੇ ਪਾਬੰਦ, ਡੋਟ 8 ਵਜੇ ਮਿਲਣਾ ਵੀਰ ਜੀ ਨੇ। ਮੈਂ ਭੱਜੀ ਭੱਜੀ ਆਉਣਾ, ਕਦੀ ਮੇਰੇ ਹੱਥ ਚਾਹ ਦਾ ਕੱਪ ਹੋਣਾ, ਕੁਛ ਹੋਣਾ, ਉਹਨਾਂ ਨੇ ਮੇਰਾ ਹੱਥ ਫੜ ਕੇ ਗੱਡੀ 'ਚ ਕਹਿਣਾ, ਭੈਣ ਜੀ ਵਿਸ਼ ਯੂ ਵੈਰੀ ਹੈਪੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਾਲੀ ਕਾਲੀ ਵੀਰ ਜੀ ਦੇਰ ਹੋ ਗਈ, ਏਦਾਂ ਹੋ ਗਿਆ। ਉਹ ਭੈਣ ਜੀ ਏਦਾਂ ਨਹੀਂ, ਪਹਿਲਾਂ ਜ਼ਰਾ ਸਮਾਈਲ ਦੇ ਕੇ, ਪਹਿਲਾਂ ਜ਼ਰਾ ਚੜ੍ਹਦੀ ਕਲਾ ਵਿੱਚ ਆ ਕੇ ਇੱਕ ਵਾਰ ਕੱਚ ਕੇ ਆਖੋ ਵਿਸ਼ ਯੂ ਵੈਰੀ ਹੈਪੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਕੀਨ ਮੰਨਿਓ, ਗੁਰਸਿੱਖ ਦੀ ਉਹ ਕ੍ਰਿਸਮੈਟਿਕ ਸ਼ੋ ਰੂਹ ਤੱਕ ਨੂੰ ਠੰਡਾ ਕਰ ਦਿੰਦੀ ਸੀ। ਢੂੰਡਣੇ ਪੈਂਦੇ ਨੇ ਇਹੋ ਜਿਹੇ ਗੁਰਮੁਖ। ਸਾਰਾ ਦਿਨ ਜਿੱਥੇ ਵਿਚਰਦੇ, ਗੱਡੀ ਵਿੱਚ ਲੋੜਾਂ ਦਾ ਸਮਾਨ ਪਿਆ, ਉਹ ਰਿਸ਼ਤੇਦਾਰ ਲਈ ਹੈ, ਉਹ ਸਮਾਜ ਦੇ ਬੰਦੇ ਲਈ, ਉਹ ਗੁਰੂ ਘਰ ਦੇ ਲੋੜਵੰਦ ਲਈ, ਕਿਸੇ ਲਈ ਹੈ। ਔਰ ਮੈਂ ਆਖਣਾ ਵੀਰ ਜੀ ਤੁਹਾਡੇ ਨਾਲ ਨਹੀਂ ਤੁਰਨਾ, ਤੁਸੀਂ ਦੇਰ ਲਾ ਦਿੰਦੇ ਹੋ। ਦੇਰ ਤੇ ਕਦੀ ਲਾਉਂਦੇ ਨਹੀਂ ਸੀ, ਪ੍ਰਚਾਰਕ ਸਨ ਨਾ, ਡੋਟ ਟਾਈਮ ਤੇ ਹਮੇਸ਼ਾ ਪਹੁੰਚੇ ਹੁੰਦੇ ਸਨ। ਮੈਂ ਅੱਜ ਵੀ ਸੋਚਦੀ ਹਾਂ ਵੀਰ ਜੀ ਤੁਹਾਡੀ ਟਾਈਮ ਮੈਨੇਜਮੈਂਟ ਕਿਹੋ ਜਿਹੀ ਸੀ। ਤੇ ਜਦੋਂ ਕਥਾ ਲਈ ਬੈਠਦੇ ਸਨ ਤੇ ਸਾਡੇ ਵਰਗੇ ਅਨੇਕਾਂ ਆਖਦੇ ਸਨ, ਮੇਰੇ ਅੰਤਿਮ ਅਰਦਾਸ ਵੇਲੇ ਕਥਾ ਵੀਰ ਜੀ ਆਪ ਜੀ ਨੇ ਕਰਨੀ ਹੈ। ਉਹਨਾਂ ਦੀ ਸੰਸਾਰ ਵਿੱਚ ਵਿਚਰਦਿਆਂ ਬਾਣੀ ਤੇ ਗੁਰੂ ਦੀ ਤਾਬਿਆ ਬੈਠੀ ਬਾਣੀ ਵਿੱਚ ਕੋਈ ਫਰਕ ਹੀ ਨਹੀਂ ਹੁੰਦਾ ਸੀ। ਮਿਸ਼ਨਰੀ ਮੈਂ ਐਸਾ ਡਿੱਠਾ ਔਰ ਮੈਨੂੰ ਲੱਗਿਆ ਕਿ ਇੱਕ ਰੋਲ ਮਾਡਲ ਦੀ ਗੱਲ ਕੀਤੇ ਬਿਨਾਂ ਗੱਲ ਨਹੀਂ ਤੁਰ ਸਕਦੀ ਅੱਗੇ, ਜਦੋਂ ਸਾਡੇ ਕੋਲ ਇਹੋ ਜਿਹੇ ਖੂਬਸੂਰਤ ਰੋਲ ਮਾਡਲ ਨੇ। ਮੈਂ ਵੀਰ ਹਰਜੀਤ ਸਿੰਘ ਜੀ ਨਾਲ ਗੱਲ ਕਰਦੀ ਸੀ, ਵਡਭਾਗੇ ਹਾਂ ਕਿ ਅੱਗੋਂ ਬੱਚਿਆਂ ਨੂੰ ਉਹੀ ਜਾਗ ਉਦਾਂ ਲੱਗੀ ਹੋਈ ਹੈ। ਵੀਰ ਗੁਰਸ਼ਰਨ ਸਿੰਘ ਜੀ ਹੁਣੇ ਤੁਹਾਡੇ ਕੋਲ ਹੋ ਕੇ ਗਏ ਨੇ। ਅਸੀਂ ਵਡਭਾਗੇ ਹਾਂ, ਵੀਰ ਸਮਾਜ ਵਿੱਚ ਸੇਵਾ ਕਰ ਰਿਹਾ, ਭੈਣ ਕੀਰਤਨ ਦੀਆਂ ਕਲਾਸਾਂ ਲਾ ਰਹੀ ਹੈ, ਬੱਚੇ ਫਾਈਨੈਂਸ਼ੀਅਲੀ ਪ੍ਰੋਫੈਸ਼ਨਲੀ ਇਦਾਂ ਐਕਸੈਲ ਕਰ ਰਹੇ ਕਿ ਜਿਹਨੂੰ ਜਿੱਥੇ ਕੋਈ ਲੋੜ ਹੈ ਉਹਨਾਂ ਦਾ ਇੱਕ ਲਫ਼ਜ਼ ਅੱਜ ਵੀ ਅੰਗਰੇਜ਼ ਦੀ ਅਦਾਲਤ ਦੀ ਗਵਾਹੀ ਵਰਗਾ ਹੈ। ਅੱਜ ਵੀ ਉਹ ਜਿਹਨੂੰ ਆਖਦੇ ਕਿ ਇਸ ਚੀਜ਼ ਦੀ ਫਲਾਣੀ ਥਾਂ ਤੇ ਲੋੜ ਹੈ, ਪ੍ਰੋਫੈਸ਼ਨਲ ਵਰਡ ਦੇ, ਕਾਰਪੋਰੇਟਰ ਵਰਡ ਦੇ ਲੋਕ ਸਮਝਦੇ ਨੇ ਕਿ ਇਹਨਾਂ ਨੇ ਝੂਠ ਨਹੀਂ ਬੋਲਣਾ ਹੈ, ਸੱਚ ਬੋਲ ਰਹੇ ਨੇ। ਆਓ ਇਹੋ ਜਿਹੀ ਛੋਹ ਅੱਜ ਲੈ ਕੇ ਜਾਈਏ, ਆਪਾਂ ਕਿਰਦਾਰ ਦੀ ਬਾਤ ਨੂੰ ਅੱਗੇ ਪਾਈਏ ਤੇ ਆਪਾਂ ਅੱਜ ਇੱਕ ਗੱਲ ਨੂੰ ਪੱਕਾ ਕਰ ਲਈਏ ਕਿ ਅਸੀਂ ਆਪਣੇ ਗੁਰਮਤ ਸੰਸਕਾਰਾਂ ਨੂੰ ਆਪਣੇ ਘਰਾਂ ਵਿੱਚ ਸਭ ਤੋਂ ਵੱਡੇ ਤਿਉਹਾਰ ਬਣਾ ਲੈਣਾ। ਮੈਂ ਮਾਣ ਨਾਲ ਆਖਦੀ ਹਾਂ, ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਬੱਚਿਆਂ ਦੇ ਆਨੰਦ ਕਾਰਜ ਕਿਸੇ ਵੱਡੇ ਧਰਮ ਪ੍ਰਚਾਰ ਦੇ ਪ੍ਰੋਗਰਾਮ ਤੋਂ ਘੱਟ ਨਹੀਂ ਸਨ। ਜੇ ਕਿਤੇ ਸਤਿਗੁਰ ਦੀ ਇਹੋ ਜਿਹੀ ਬਖਸ਼ਿਸ਼ ਹੋ ਜਾਏ ਤੇ ਫਿਰ ਸਾਡੇ ਲਈ ਤੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪਰ ਬਾਪੇ ਮੇਰੇ ਦੀ ਬਖਸ਼ਿਸ਼ ਆਪੇ ਹੀ ਪ੍ਰਾਪਤ ਹੋ ਜਾਏਗੀ। ਇੱਥੇ ਛੋਟੀ ਜਿਹੀ ਗੱਲ ਕਰਾਂ। ਇੱਕ ਵਾਰ ਇੱਕ ਫਕੀਰ ਜੋ ਮਸਤ ਅਕਾਲ ਪੁਰਖ ਨਾਲ ਜੁੜ ਕੇ ਬੈਠਾ ਹੈ, ਮਿਤਾ ਪ੍ਰਤੀ ਬੈਠਾ ਹੈ ਤੇ ਬਾਦਸ਼ਾਹ ਹਰ ਦਿਨ ਆ ਕੇ ਉਸ ਦੀ ਝੋਲੀ ਦਾਨ ਪਾਉਂਦਾ ਹੈ। ਇੱਕ ਦਿਨ ਬਾਦਸ਼ਾਹ ਉਸ ਨੂੰ ਆਖਦਾ ਹੈ ਕਿ ਤੂੰ ਅਕਾਲ ਪੁਰਖ ਦੇ ਚੇਤੇ ਵਿੱਚ ਰਹਿਣਾ, ਮੈਂ ਤੇਰੀ ਸੇਵਾ ਲਈ ਰੋਜ਼ ਆਉਣਾ, ਕਦੀ ਤੂੰ ਮੈਨੂੰ ਵੀ ਚੇਤਾ ਕੀਤਾ, ਕਦੀ ਮੇਰੀ ਯਾਦ ਵੀ ਕੀਤੀ ਹੈ। ਤੇ ਫਕੀਰ ਆਖਦਾ ਹੈ, ਜਿਸ ਘੜੀ ਮੈਂ ਤੈਨੂੰ ਯਾਦ ਕਰਦਾ ਉਹ ਮੇਰੀ ਘੜੀ ਸਭ ਤੋਂ ਬਦਨਸੀਬ ਹੁੰਦੀ ਹੈ, ਤੇ ਜਿਸ ਵੇਲੇ ਮੈਂ ਅਕਾਲ ਪੁਰਖ ਦੀ ਯਾਦ ਵਿੱਚ ਨਾ ਉਹ ਮੇਰੀ ਖੁਸ਼ਨਸੀਬੀ ਹੁੰਦੀ ਹੈ, ਕਿਉਂਕਿ ਜਦੋਂ ਮੈਂ ਤੈਨੂੰ ਯਾਦ ਕਰਦਾ ਮੈਂ ਮੰਗਤਿਆਂ ਦੀ ਕਤਾਰ ਵਿੱਚ ਹੁੰਨਾ। ਉਸ ਵੇਲੇ ਮੈਂ ਇੱਕ ਮੰਗਤਾ ਹੁੰਨਾ ਤੇ ਜਦੋਂ ਮੈਂ ਉਹਦੀ ਯਾਦ ਵਿੱਚ ਹੁੰਨਾ ਉਦੋਂ ਮੈਂ ਰਹਿਮਤਾਂ ਨਾਲ ਝੋਲੀਆਂ ਭਰ ਰਿਹਾ ਹੁੰਨਾ ਤੇ ਦੁਆਵਾਂ ਦੀਆਂ ਬਰਸਾਤਾਂ ਕਰ ਰਿਹਾ ਹੁੰਨਾ। ਉਸ ਵੇਲੇ ਮੈਂ ਵੀ ਬਾਦਸ਼ਾਹ ਹੁੰਨਾ। ਆਓ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹੁੰਦੇ ਹਾਂ ਆਪਾਂ ਸਾਰੇ, ਉਸ ਬਾਦਸ਼ਾਹੀ ਦੀ ਬਾਤ ਪਾਉਂਦੇ ਹਾਂ। ਪਰਿਵਾਰ ਦੀ ਘਾਟ ਇਹੋ ਜਿਹੀ ਕਰੀਏ ਕਿ ਸਾਡੀ ਸੰਸਾਰ ਤੋਂ ਨਿਰੰਕਾਰ ਤੱਕ ਬਣ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਗੱਲ